निथावे को तुम थान बठाबो, दास अपने को भक्ति लावो। निथावे को तुम थान बठाबो, दास अपने को भगति लाभो। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰ ਜੀ ਦੀ ਮਹਿਰਾਮਤ ਦੇ ਸਦਕਾ ਰਹਿਰਾਸ ਸਾਹਿਬ ਜੀ ਦੇ ਪਾਠ ਕੀਤੇ ਗਏ ਹਨ। ਚੱਲ ਰਹੇ ਲੜੀਵਾਰ ਵਿਚਾਰ ਦੇ ਅਧੀਨ ਰਹਿਰਾਸ ਸਾਹਿਬ ਜੀ ਦਾ 5ਵਾਂ ਸ਼ਬਦ ਆਪਾਂ ਕੱਲ ਵਿਚਾਰਨਾ ਆਰੰਭ ਕੀਤਾ ਸੀ। ਰਹਾਉ ਵਾਲਾ ਬੰਦ ਆਪਾਂ ਕੱਲ ਵਿਚਾਰਿਆ ਸੀ। ਬਾਕੀ ਬੰਦਾਂ ਵਿੱਚ ਸਤਿਗੁਰੂ ਮਹਾਰਾਜ ਨੇ ਜੋ ਮਾਰਗ ਦੱਸਿਆ ਹੈ ਉਸ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਹਾਜ਼ਰੀਆਂ ਲਗਵਾਈਏ। ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੇ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਰਹਾਉ ਵਾਲੀ ਬੰਦ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਸਨ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਪਰਮੇਸ਼ਰ ਜਿਹਨੂੰ ਸਤ ਸੰਗਤ ਮਿਲ ਜਾਵੇ ਉਹ ਚਿੰਤਾ ਤੋਖਲਿਆਂ ਫਿਕਰਿਆਂ ਤੋਂ ਪਾਰ ਹੋ ਜਾਂਦਾ ਹੈ, ਤਰ ਜਾਂਦਾ ਹੈ। ਗੁਰੂ ਦੀ ਕਿਰਪਾ ਦੇ ਨਾਲ ਉੱਚੀ ਅਵਸਥਾ ਉਹਨੂੰ ਪ੍ਰਾਪਤ ਹੋ ਜਾਂਦੀ ਹੈ ਤੇ ਸੁੱਕੇ ਲੱਕੜੀ ਦੀ ਤਰ੍ਹਾਂ ਹੋਇਆ ਹੋਇਆ ਮਨੁੱਖ ਨਾਮ ਦਾ ਜਲ ਮਿਲਣ ਦੇ ਨਾਲ ਹਰਿਆ ਭਰਿਆ ਹੋ ਜਾਂਦਾ ਹੈ। ਪਹਿਲੇ ਬੰਦ ਵਿੱਚ ਸਤਿਗੁਰੂ ਮਹਾਰਾਜ ਨੇ ਸਾਡੀ ਉਸ ਚਿੰਤਾ ਦਾ ਨਿਵਾਰਨ ਕਰ ਦਿੱਤਾ ਜਿਹੜੀ ਚਿੰਤਾ ਹਰੇਕ ਜੀਵ ਕਰ ਰਿਹਾ ਹੈ। ਹਰੇਕ ਜੀਵ ਉਹ ਚਿੰਤਾ ਜਿਹੜੀ ਹੈ ਕਰ ਰਿਹਾ ਹੈ। ਉਸ ਚਿੰਤਾ ਬਾਰੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਾਹੇ ਰੇ ਮਨ ਚਿਤ ਵੈ ਉਦਮ, ਜਾਂ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜਕ ਆਗੇ ਕਰ ਧਰਿਆ। ਹੁਣ ਮਨੁੱਖ ਨੂੰ, ਹਰੇਕ ਜੀਵ ਨੂੰ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਉਹਦੀ ਰੋਜੀ ਰੋਟੀ ਦਾ ਕੀ ਬਣੇਗਾ, ਪ੍ਰਸ਼ਾਦੇ ਆਦਿਕ ਦਾ ਕੀ ਬਣੇਗਾ, ਪੇਟ ਦੀ ਉਦਰ ਪੂਰਤੀ ਦਾ ਕੀ ਬਣੇਗਾ। ਭਾਵੇਂ ਮਨੁੱਖ ਹੈ ਤੇ ਭਾਵੇਂ ਜੀਵ ਜੰਤੂ ਹੈ, ਸਭ ਨੂੰ ਇਸ ਗੱਲ ਦਾ ਫਿਕਰ ਹੈ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਇਹ ਕੰਮ ਜਿਹੜਾ ਹੈ ਉਹ ਆਪ ਪਰਮੇਸ਼ਰ ਕਰ ਰਿਹਾ ਹੈ। ਹੁਣ ਤੁਸੀਂ ਵੇਖੋ ਵੀ ਜੇਕਰ ਕੋਈ ਬੱਚਾ ਨਵੀਂ ਗੱਡੀ ਸਿੱਖੇ, ਸਕੂਟਰੀ ਸਿੱਖੇ, ਕਾਰ ਸਿੱਖੇ, ਉਹ ਲੈ ਕੇ ਜਾਵੇ ਸਕੂਟਰੀ ਜਾਂ ਕਾਰ, ਤੇ ਮਾਂ ਚਿੰਤਾ ਕਰਦੀ ਹੈ ਔਰ ਚਿੰਤਾ ਕਰਨੀ ਵਾਜਬ ਵੀ ਹੈ ਵੀ ਨਵੀਂ ਸਿੱਖੀ ਹੈ। ਕੋਈ ਨੌਕਰ ਕੰਮ ਕਰਦਾ ਹੈ ਤੇ ਚਿੰਤਾ ਕਰਨੀ ਵਾਜਬ ਹੈ ਵੀ ਪਤਾ ਨਹੀਂ ਸਾਡੇ ਹਿੱਤ ਹੋਵੇਗਾ ਕਿ ਨਹੀਂ, ਉਹ ਨੌਕਰ ਸਾਡਾ ਭਲਾ ਸੋਚਦਾ ਹੋ ਕੇ ਕੰਮ ਕਰਦਾ ਹੋਵੇਗਾ ਕਿ ਨਹੀਂ, ਚਿੰਤਾ ਕਰਨੀ ਜਾਇਜ਼ ਹੈ। ਪਰ ਜੇਕਰ ਘਰ ਦਾ ਮਾਲਕ ਹੀ ਕੰਮ ਕਰਦਾ ਹੋਵੇ, ਜਿਹਨੇ ਹਰੇਕ ਪੱਖ ਵਿਚਾਰ ਕੇ ਕੰਮ ਕਰਨਾ ਹੋਵੇ, ਤੇ ਫਿਰ ਉਹਦੇ ਵਾਸਤੇ ਚਿੰਤਾ ਕਰਨੀ ਉਹ ਗੱਲ ਠੀਕ ਨਹੀਂ ਹੈ। ਚਲੋ ਮੰਨੋ ਘਰ ਦਾ ਮਾਲਕ ਵੀ ਕਿਤੇ ਛੋਟੀ ਮੋਟੀ ਕਿਤੇ ਨਾ ਕਿਤੇ ਗਲਤੀ ਹੋ ਸਕਦੀ ਹੈ, ਹਰੇਕ ਮਨੁੱਖ ਦੇ ਕੋਲ ਹੋ ਸਕਦੀ ਹੈ ਗਲਤੀ, ਤੇ ਉਸ ਗਲਤੀ ਵਾਸਤੇ ਚਿੰਤਾ ਕਰਨੀ ਜਾਇਜ਼ ਹੈ। ਪਰ ਸਤਿਗੁਰੂ ਦੀ ਪਾਵਨ ਬਾਣੀ ਇੱਕ ਗੱਲ ਸਾਨੂੰ ਸਮਝਾਉਂਦੀ ਹੈ ਵੀ ਸੱਜਣਾ, ਜਿਹੜਾ ਪਰਮੇਸ਼ਰ ਹੈ ਉਹ ਕਦੀ ਗਲਤੀ ਕਰਦਾ ਹੀ ਨਹੀਂ, ਉਹ ਕਦੀ ਭੁੱਲਦਾ ਹੀ ਨਹੀਂ। ਭੁੱਲਣ ਅੰਦਰ ਸਭ ਕੋ, ਭੁੱਲਣ ਦੇ ਵਿੱਚ ਸਾਰਾ ਸੰਸਾਰ ਭੁੱਲ ਜਾਂਦਾ ਹੈ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਆ ਭੁੱਲ ਗੁਰੂ ਕਰਤਾਰ,
ਗੁਰੂ ਤੇ ਪਰਮੇਸ਼ਰ ਉਹ ਕਦੀ ਨਹੀਂ ਭੁੱਲਦੇ। ਤੇ ਫਿਰ ਜੇ ਪਰਮੇਸ਼ਰ ਆ ਭੁੱਲ ਹੈ, ਉਹ ਕਦੀ ਭੁੱਲਦਾ ਹੀ ਨਹੀਂ, ਉਹ ਗਲਤ ਕੰਮ ਕਰਦਾ ਹੀ ਨਹੀਂ। ਤੇ ਫਿਰ ਸਤਿਗੁਰੂ ਮਹਾਰਾਜ ਆਖਦੇ ਨੇ ਵੀ ਜਿਹੜਾ ਜੀਵ ਰੋਜੀ ਰੋਟੀ ਦੇ ਵਾਸਤੇ ਚਿੰਤਾ ਕਰਦਾ ਹੈ, ਉਸ ਰੋਜੀ ਰੋਟੀ ਦੇ ਵਾਸਤੇ ਤੇ ਪਰਮੇਸ਼ਰ ਆਪ ਤਤਪਰ ਹੈ, ਉਹ ਤੇ ਆਪ ਤਤਪਰ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਾਰ ਹਰ ਜਿਉ ਪਰਿਆ। ਉਸ ਆਹਾਰ ਦੇ ਵਿੱਚ, ਉਸ ਕੰਮ ਦੇ ਵਿੱਚ ਜਿਉ ਪਰਿਆ, ਉਹ ਹਰੀ ਆਪ ਜਿਹੜਾ ਹੈ ਪਿਆ ਹੋਇਆ ਹੈ। ਤੇ ਫਿਰ ਤੂੰ ਕਿਉਂ ਫਿਕਰ ਕਰਦਾ? ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਤੂੰ ਚਿੰਤਾ ਨਾ ਕਰ, ਤੂੰ ਉਦਮ ਕਰ। ਕਿਉਂਕਿ ਸਿੱਖ ਧਰਮ ਜਿਹੜਾ ਹੈ ਨਾ, ਉਹ ਉਦਮ ਦੇ ਵਿੱਚੋਂ ਪੈਦਾ ਹੋਇਆ। ਜਦੋਂ ਸਤਿਗੁਰੂ ਮਹਾਰਾਜ ਨੇ 3 ਸੁਨਹਿਰੀ ਅਸੂਲ ਸਿੱਖ ਕੌਮ ਨੂੰ, ਦੁਨੀਆ ਨੂੰ ਦਿੱਤੇ, ਉਹਨਾਂ 3 ਸੁਨਹਿਰੀ ਅਸੂਲਾਂ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਕਿਰਤ ਕਰਨੀ, ਤੇ ਕਿਰਤ ਕਰਨੀ ਦਾ ਮਤਲਬ ਹੁੰਦਾ ਉਦਮ ਕਰਨਾ। ਉਦਮ ਕਰਨਾ ਜਿਹੜਾ ਸੀ, ਉਹ ਸਤਿਗੁਰੂ ਮਹਾਰਾਜ ਨੇ 1 ਨੰਬਰ ਦੇ ਉੱਤੇ ਰੱਖਿਆ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਐ ਸੱਜਣਾ ਤੂੰ ਉਦਮ ਕਰ, ਉਦਮ ਕਰਿੰਦਿਆਂ ਜਿਉ ਤੂੰ, ਕਮਾਵੰਦਿਆਂ ਸੁਖ ਪੁੰਚ। ਜਦੋਂ ਤੂੰ ਉਦਮ ਕਰੇਂਗਾ ਤੇ ਕਮਾਵੇਂਗਾ ਤੇ ਤੈਨੂੰ ਆਪਣੇ ਆਪ ਸੁਖ ਪ੍ਰਾਪਤ ਹੋਵੇਗਾ। ਉਦਮ ਕਰਿੰਦਿਆਂ ਜਿਉ ਤੂੰ, ਕਮਾਵੰਦਿਆਂ ਸੁਖ ਪੁੰਚ। ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਜਦੋਂ ਨਾਲ ਕਿਰਤ ਦੇ ਕੀਰਤੀ ਜੋੜ ਲਵੇਂਗਾ, ਪਰਮੇਸ਼ਰ ਦੀ ਇਬਾਦਤ ਜੋੜ ਲਵੇਂਗਾ, ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਤੇਰੀ ਚਿੰਤਾ ਜਿਹੜੀ ਹੈ ਉਤਰ ਜਾਵੇਗੀ, ਖਤਮ ਹੋ ਜਾਵੇਗੀ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਉਦਾਹਰਨ ਦੇ ਕੇ, ਸੈਲ ਪੱਥਰ ਮੈਂ ਜੰਤ ਉਪਾਏ। ਸੈਲ ਦਾ ਮਤਲਬ ਹੁੰਦਾ ਵੱਡੀਆਂ ਵੱਡੀਆਂ ਚਟਾਨਾਂ, ਪੱਥਰ ਦਾ ਮਤਲਬ ਤੇ ਤੁਸੀਂ ਸਮਝਦੇ ਹੋ, ਸਾਰਿਆਂ ਨੇ ਵੇਖਿਆ। ਸਾਹਿਬ ਕਹਿੰਦੇ ਨੇ ਵੀ ਵੱਡੀਆਂ ਵੱਡੀਆਂ ਚਟਾਨਾਂ ਦੇ ਵਿੱਚ ਤੇ ਪੱਥਰਾਂ ਦੇ ਵਿੱਚ ਜੰਤ ਉਪਾਏ, ਜੀਵ ਜਿਹੜੇ ਨੇ ਉਹ ਪੈਦਾ ਕੀਤੇ ਨੇ। ਤਾਕਾ ਰਿਜਕ ਆਗੇ ਕਰ ਧਰਿਆ, ਉਹਨਾਂ ਦੇ ਅੱਗੇ ਰਿਜਕ ਜਿਹੜਾ ਸੀ ਉਹ ਪਰਮੇਸ਼ਰ ਨੇ ਰੱਖ ਦਿੱਤਾ, ਉਹਨਾਂ ਦੇ ਅੱਗੇ ਰਿਜਕ ਧਰ ਦਿੱਤਾ। ਤੇ ਸਤਿਗੁਰੂ ਮਹਾਰਾਜ ਉਦਾਹਰਨਾਂ ਦੇ ਕੇ ਜੀਵ ਨੂੰ ਸਮਝਾਉਣਾ ਕਰਦੇ ਨੇ, ਪਰ ਜੀਵ ਜਿਹੜਾ ਹੈ ਨਾ ਉਹ ਨਹੀਂ ਜੇ ਸਮਝਦਾ। ਇਹ ਵਾਰ-ਵਾਰ ਇਸ ਚਿੰਤਾ ਦੇ ਵਿੱਚ ਹੈ ਵੀ ਰੋਜੀ ਰੋਟੀ ਮੈਂ ਆਪ ਕਮਾਉਣਾ ਹਾਂ, ਮੈਨੂੰ ਰੱਬ ਨਹੀਂ ਦੇਣ ਵਾਲਾ। ਇਹ ਮਨ ਦੇ ਵਿੱਚ ਹਰੇਕ ਜੀਵ ਦੇ ਬੈਠਾ ਹੋਇਆ ਹੈ। ਇੱਕ ਨੌਜਵਾਨ ਦੇ ਮਨ ਦੇ ਵਿੱਚ ਵੀ ਇਵੇਂ ਦੀ ਗੱਲ ਬੈਠੀ ਹੋਈ ਸੀ। ਫਕੀਰ ਦੇ ਕਿਸੇ ਸਥਾਨ ਦੇ ਉੱਤੇ ਉਹ ਜਾਇਆ ਕਰਦਾ ਸੀ, ਤੇ ਫਕੀਰ ਉਹਨੂੰ ਹਮੇਸ਼ਾ ਇਹ ਗੱਲ ਸਮਝਾਉਂਦਾ ਵੀ ਰੋਜੀ ਰੋਟੀ ਦੇਣ ਵਾਲਾ ਪਰਮੇਸ਼ਰ ਹੈ, ਤੂੰ ਉਦਮ ਕਰਨਾ ਹੈ ਤੇ ਰੱਬ ਦੀ ਕੀਰਤੀ ਕਰਨੀ ਹੈ। ਹੁਣ ਤੁਹਾਨੂੰ ਪਤਾ ਹੈ ਵੀ ਨੌਜਵਾਨੀ ਦੇ ਵਿੱਚ ਤਰਕ ਬਹੁਤ ਹੋਇਆ ਕਰਦਾ, ਹਰ ਗੱਲ ਦੇ ਉੱਤੇ ਅੱਗੇ ਸਵਾਲ ਕਰਨਾ, ਤਰਕ ਕਰਨਾ। ਨੌਜਵਾਨ ਕਹਿਣ ਲੱਗਾ ਵੀ ਇਵੇਂ ਕਿਵੇਂ ਹੋ ਸਕਦਾ ਹੈ, ਜੇ ਮੈਂ ਨਾ ਚਾਹਾਂ ਰੱਬ ਦੀ ਦਿੱਤੀ ਹੋਈ ਰਿਜ਼ਕ ਨੂੰ ਮੈਂ ਸਵੀਕਾਰ ਨਾ ਕਰਾਂ, ਤੇ ਫਿਰ ਰੱਬ ਕਿਵੇਂ ਕਿਸੇ ਨੂੰ ਦੇਵੇਗਾ ਰਿਜ਼ਕ? ਫਕੀਰ ਕਹਿਣ ਲੱਗਾ ਵੀ ਨਹੀਂ, ਉਹ ਬੜਾ ਬੇਅੰਤ ਹੈ ਪਰਮੇਸ਼ਰ, ਉਹ ਬੜੀ ਪਹੁੰਚ ਵਾਲਾ ਹੈ, ਉਹ ਹਰੇਕ ਨੂੰ ਰਿਜ਼ਕ ਜਿਹੜਾ ਹੈ ਉਹਦੇ ਅੱਗੇ ਰੱਖ ਦਿੰਦਾ ਹੈ। ਉਹ ਨੌਜਵਾਨ ਕਹਿਣ ਲੱਗਾ ਮੈਂ ਨਹੀਂ ਮੰਨਦਾ, ਦੇਖ ਲੈਣੇ ਕਿੰਨਾ ਪ੍ਰਤੱਖ ਹੋ ਕਰਕੇ। ਉਹ ਫਕੀਰ ਨੂੰ ਦੱਸ ਕੇ ਇੱਕ ਇਹੋ ਜਿਹੇ ਦਰਖਤ ਦੇ ਥੱਲੇ ਬੈਠ ਗਿਆ ਜਿਹੜਾ ਦਰਖਤ ਫਲਦਾਰ ਨਹੀਂ ਸੀ, ਬਿਨਾਂ ਫਲਾਂ ਵਾਲਾ ਸੀ। ਫਲ ਵਾਲੇ ਦਰਖਤ ਥੱਲੇ ਤਾਂ ਨਹੀਂ ਬੈਠਾ ਕਿਤੇ ਕੋਈ ਫਲ ਉੱਪਰੋਂ ਡਿੱਗ ਪਏ, ਮਨ ਲਲਚਾ ਜਾਵੇ ਤੇ ਖਾਣ ਨੂੰ ਦਿਲ ਕਰਨ ਲੱਗ ਪਵੇ। ਬਿਨਾਂ ਫਲ ਵਾਲੇ ਦਰਖਤ ਦੇ ਥੱਲੇ ਉਹ ਬੈਠ ਗਿਆ, ਸਮਾਧੀ ਲਾ ਲਈ, ਅੱਖਾਂ ਮੀਟ ਲਈਆਂ, ਮਨ ਵਿੱਚ ਧਾਰ ਲਿਆ ਵੀ ਖਾਣਾ ਕੁਝ ਨਹੀਂ ਹੈ। ਜਦੋਂ ਇਵੇਂ ਬੈਠਾ ਸੀ, ਉੱਥੋਂ ਦੀ ਇੱਕ ਮਾਈ ਲੰਘੀ। ਉਹ ਆਪਣੇ ਬੱਚੇ ਵਾਸਤੇ, ਆਪਣੇ ਲੜਕੇ ਦੇ ਵਾਸਤੇ ਜਿਹੜਾ ਖੇਤਾਂ ਦੇ ਵਿੱਚ ਕੰਮ ਕਰਦਾ ਸੀ, ਉਹਦੇ ਵਾਸਤੇ ਰੋਟੀ ਲੈ ਕੇ ਤੁਰੀ ਹੋਈ ਸੀ।
ਉਹਨੇ ਵੇਖਿਆ ਨੌਜਵਾਨ ਨੂੰ, ਅੱਖਾਂ ਮੁੰਦੀਆਂ ਹੋਈਆਂ, ਮਨ ਵਿੱਚ ਵਿਚਾਰ ਆਇਆ, ਦੇਖੋ ਕਿੱਦਾਂ ਰੱਬ ਦੀ ਭਗਤੀ ਦੇ ਵਿੱਚ ਜੁੜਿਆ ਹੋਇਆ, ਤੇ ਇਹਨੂੰ ਭੁੱਖ ਲੱਗੀ ਹੋਵੇਗੀ, ਇਹਨੇ ਕਿਹੜਾ ਕੋਈ ਕੰਮ ਕੀਤਾ ਹੈ, ਇਹਨੂੰ ਰੋਟੀ ਕਿਵੇਂ ਮਿਲੇਗੀ, ਇਹ ਰੱਬ ਦੀ ਇਬਾਦਤ ਵਿੱਚ, ਉਹ ਵੀ ਨੌਜਵਾਨੀ ਦੇ ਵਿੱਚ। ਉਸ ਮਾਈ ਦੇ ਮਨ ਵਿੱਚ ਵਿਚਾਰ ਆਇਆ ਤੇ ਉਹਨੇ ਉਸ ਰੋਟੀ ਦੇ ਵਿੱਚੋਂ 2 ਪ੍ਰਸ਼ਾਦੇ ਕੱਢ ਕੇ ਤੇ ਕੱਪੜੇ ਦੇ ਵਿੱਚ ਲਪੇਟ ਕਰਕੇ ਉਹਦੇ ਅੱਗੇ ਰੱਖ ਦਿੱਤੇ ਨੌਜਵਾਨ ਦੇ। ਉਹਨੂੰ ਉਠਾਇਆ ਨਹੀਂ ਵੀ ਇਹਦੀ ਲਿਵ ਵੀ ਟੁੱਟ ਨਾ ਜਾਵੇ, ਜਦੋਂ ਇਹਦੀ ਅੱਖ ਖੁੱਲੇਗੀ ਆਪੇ ਖਾ ਲਵੇਗਾ। ਮਾਈ ਚਲੀ ਗਈ। ਹੁਣ ਉਸ ਨੌਜਵਾਨ ਨੂੰ ਵੀ ਪਤਾ ਲੱਗ ਗਿਆ ਕਿ ਰੋਟੀਆਂ ਤੇ ਮੇਰੇ ਸਨਮੁਖ ਆ ਗਈਆਂ, ਪਰ ਮਨ ਵਿੱਚ ਫਿਰ ਵਿਚਾਰ ਆ ਕਿ ਮੈਂ ਖਾਣੀਆਂ ਨਹੀਂ, ਮੇਰੇ ਤੋਂ ਬੜੀਆਂ ਦੂਰ ਪਈਆਂ ਨੇ, ਇਹ ਮੇਰੇ ਤੱਕ ਨਹੀਂ ਪਹੁੰਚ ਸਕੀਆਂ ਕਿਉਂਕਿ ਮੈਂ ਉਠਾਉਣੀਆਂ ਹੀ ਨਹੀਂ। ਫਿਰ ਬੈਠ ਗਿਆ। ਅਚਾਨਕ ਉੱਥੋਂ ਦੀ ਕੁਝ ਚੋਰ ਲੰਘੇ। ਹੁਣ ਚੋਰ ਰਾਤ ਦੇ ਜਿਹੜੇ ਸਨ ਉਹ ਚੋਰੀ ਕਰਦੇ, ਇੱਧਰ ਉੱਧਰ ਘੁੰਮਦੇ ਤੇ ਉਹਨਾਂ ਨੂੰ ਵਾਹਵਾ ਡਾਢੀ ਭੁੱਖ ਲੱਗੀ ਹੋਈ ਸੀ, ਡਾਢੀ ਭੁੱਖ ਲੱਗੀ ਹੋਈ ਸੀ ਤੇ ਉਹਨਾਂ ਚੋਰਾਂ ਨੇ ਉਹ ਪ੍ਰਸ਼ਾਦੇ ਵੇਖ ਲਏ ਕੱਪੜੇ ਦੇ ਵਿੱਚ ਲਪੇਟੇ ਹੋਏ, ਪਰ ਉਹਨਾਂ ਦੇ ਮਨ ਵਿੱਚ ਇੱਕ ਸ਼ੰਕਾ ਪੈਦਾ ਹੋ ਗਿਆ। ਖਿਆਲ ਕਰਨਾ, ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਜਿਹੋ ਜਿਹਾ ਮਨੁੱਖ ਦੀ ਦ੍ਰਿਸ਼ਟੀ ਹੁੰਦੀ ਹੈ ਉਹੋ ਜਿਹੀ ਉਹਨੂੰ ਦੁਨੀਆ ਲੱਗਣ ਲੱਗ ਪੈਂਦੀ ਹੈ। ਉਹ ਹੁਣ ਚੋਰ ਸਨ ਤੇ ਉਹਨਾਂ ਦੇ ਮਨ ਵਿੱਚ ਵਿਚਾਰ ਆਇਆ ਵੀ ਨੌਜਵਾਨ ਨੇ ਰੋਟੀਆਂ ਅੱਗੇ ਰੱਖੀਆਂ ਹੋਈਆਂ ਨੇ, ਇਹ ਖਾਂਦਾ ਨਹੀਂ ਹੈ, ਕਿਤੇ ਇਸ ਰੋਟੀ ਦੇ ਵਿੱਚ ਪਾਈ ਹੋਵੇ, ਕਿਤੇ ਇਹ ਨਾ ਹੋਵੇ ਵੀ ਇਹਨੇ ਇਹੋ ਜਿਹੀ ਵਿਉਂਤ ਬਣਾਈ ਹੋਵੇ, ਰੋਟੀਆਂ ਜ਼ਹਿਰ ਵਾਲੀਆਂ ਰੱਖੀਆਂ ਹੋਵਣ, ਅਸੀਂ ਖਾ ਲਈਏ ਤੇ ਪਰਤ ਕੇ ਸਾਡੇ ਕੋਲੋਂ ਜਿਹੜਾ ਸਮਾਨ ਹੈ ਇਹ ਲੁੱਟ ਜਾ ਕੇ ਜਾਵੇ, ਇਹ ਵੀ ਸਾਡੇ ਤੋਂ ਵੱਡਾ ਲੁਟੇਰਾ ਨਾ ਹੋਵੇ। ਉਹਨਾਂ ਨੇ ਪਰਖ ਕਰਨ ਵਾਸਤੇ ਵੀ ਰੋਟੀਆਂ ਸਹੀ ਵੀ ਹੈ, ਇਹਦੇ ਵਿੱਚ ਕਿਤੇ ਜ਼ਹਿਰ ਨਹੀਂ ਮਿਲਾਈ ਹੋਈ, ਉਸ ਨੌਜਵਾਨ ਨੂੰ ਆਖਣ ਲੱਗੇ ਵੀ ਇਹਦੇ ਵਿੱਚੋਂ ਬੁਰਕੀ ਤੋੜ ਕੇ ਤੂੰ ਖਾ। ਹੁਣ ਨੌਜਵਾਨ ਨੇ ਮਨ ਵਿੱਚ ਵਿਚਾਰ ਬਣਾਇਆ ਹੋਇਆ ਸੀ ਵੀ ਮੈਂ ਖਾਣੀ ਨਹੀਂ ਕੁਝ। ਹੁਣ ਜਦੋਂ ਉਸ ਨੌਜਵਾਨ ਨੇ ਨਾ ਖਾਧੀ, ਉਹਨਾਂ ਦਾ ਸ਼ੱਕ ਹੋਰ ਵੱਧ ਗਿਆ ਵੀ ਇਹਦੇ ਵਿੱਚ ਕੁਝ ਨਾ ਕੁਝ ਹੋਵੇਗਾ। ਉਹਨਾਂ ਨੇ ਬੁਰਕੀ ਤੋੜੀ ਇੱਕ ਰੋਟੀ ਦੀ ਤੇ ਇੱਕ ਬੁਰਕੀ ਤੋੜ ਕੇ ਉਸ ਨੌਜਵਾਨ ਦੇ ਮੂੰਹ ਦੇ ਵਿੱਚ ਪਾ ਦਿੱਤੀ ਜ਼ਬਰਦਸਤੀ। ਹੁਣ ਉਹਨੂੰ ਕਹਿੰਦੇ ਨੇ ਵੀ ਤੂੰ ਖਾ, ਤੇ ਉਹ ਖਾਂਦਾ ਨਹੀਂ ਕਿਉਂਕਿ ਉਹਨੇ ਮਨ ਵਿੱਚ ਕੀਤਾ ਹੋਇਆ ਸੀ ਮੈਂ ਖਾਣਾ ਨਹੀਂ। ਹੁਣ ਜਦੋਂ ਉਹ ਖਾਵੇ ਨੇ, ਉਹਨਾਂ ਦਾ ਸ਼ੱਕ ਹੋਰ ਵੱਧ ਗਿਆ ਵੀ ਬਾਕੀ ਇਹਦੇ ਵਿੱਚ ਕੁਝ ਨਾ ਕੁਝ ਮਿਲਾਇਆ ਹੋਵੇਗਾ ਜਿਹੜਾ ਇਹ ਅੰਦਰ ਨਹੀਂ ਨਗਾਉਂਦਾ। ਇੱਕ ਚੋਰ ਨੇ ਉਹਦੇ ਵੱਟ ਕੇ 5-7 ਚਪੇੜਾਂ ਮਾਰੀਆਂ, ਕਹਿੰਦਾ ਇਹਨੂੰ ਨਗਾ। ਹੁਣ ਜਦੋਂ 5-7 ਚਪੇੜਾਂ ਵੱਜੀਆਂ ਤੇ ਉਹਨੇ ਰੋਟੀ ਚਿੱਥ ਕੇ ਅੰਦਰ ਨਗਾ ਲਈ। ਉਸੇ ਵਕਤ ਉੱਠ ਕੇ ਫਕੀਰ ਦੇ ਕੋਲ ਚਲਾ ਗਿਆ, ਕਹਿਣ ਲੱਗਾ ਫਕੀਰ ਸਾਈਂ ਬਾਕੀ ਗੱਲ ਠੀਕ ਹੈ ਤੇਰੀ, ਉਹ ਮਾਲਕ ਜੇ ਕੋਈ ਮਨੁੱਖ ਆਪਣੀ ਮਰਜ਼ੀ ਦੇ ਨਾਲ ਨਾ ਖਾਵੇ ਨਾ, ਉਹ ਚਪੇੜਾ ਮਾਰ ਕੇ ਵੀ ਖਵਾ ਦਿੰਦਾ ਤੇ ਹਰੇਕ ਜੀਵ ਨੂੰ ਰਿਜ਼ਕ ਦੇ ਦਿੰਦਾ। ਅੱਜ ਤੋਂ ਮੈਨੂੰ ਭਰੋਸਾ ਹੋ ਗਿਆ, ਮੈਨੂੰ ਫਿਕਰ ਕਰਨ ਦੀ ਲੋੜ ਨਹੀਂ, ਮੈਂ ਅੱਜ ਤੋਂ ਬਾਅਦ ਕੇਵਲ ਉਦਮ ਕਰਾਂਗਾ ਰੋਟੀ ਵਾਸਤੇ। ਉਹ ਦੇਣ ਵਾਲਾ ਰੋਜੀ ਰੋਟੀ ਉਹ ਮਾਲਕ ਹੈ ਤੇ ਮੈਂ ਰੱਬ ਦੀ ਇਬਾਦਤ ਕਰਾਂਗਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਸੱਜਣਾ, ਉਹ ਪਰਮੇਸ਼ਰ ਬੜਾ ਬੇਅੰਤ ਹੈ। ਨਾਲ ਸਤਿਗੁਰੂ ਮਹਾਰਾਜ ਇਹ ਵੀ ਸਮਝਾਉਂਦੇ ਨੇ ਵੀ ਜਦੋਂ ਕਿਤੇ ਮਨੁੱਖ ਦਾ ਜਨਮ ਹੁੰਦਾ ਹੈ, ਖਿਆਲ ਕਰਨਾ ਉਸ ਵਕਤ ਉਹਦੇ ਦੰਦ ਨਹੀਂ ਹੁੰਦੇ। ਨਵਾਂ ਦੰਦ ਹੋਣ ਦੇ ਕਾਰਨ ਉਹਨੂੰ ਦੁੱਧ ਦੀ ਉੱਤੇ ਨਿਰਭਰ ਰਹਿਣਾ ਪੈਂਦਾ ਹੈ। ਤੇ ਇੱਕ ਕਵੀ ਪੁਰਸ਼ ਲਿਖਦਾ ਹੈ, ਕਹਿੰਦਾ ਜਬ ਦਾਤ ਨਾ ਥੇ ਤਬ दूध दिया। ਜਦੋਂ ਦੰਦ ਨਹੀਂ ਸੀ ਤਾਂ ਦੁੱਧ ਦੇ ਦਿੱਤਾ। ਮਾਤਾ ਦੇ ਛਾਤੀ ਦੇ ਵਿੱਚੋਂ ਅੰਮ੍ਰਿਤ ਦੁੱਧ ਮਿਲਿਆ। ਕਹਿਣ ਲੱਗੇ ਜਬ ਦਾਤ ਦਿਏ ਤੋ ਰੋਜੀ ਨਹੀਂ ਦੇਗਾ। ਸਭ ਕਹਿਣ ਲੱਗੇ, ਉਹ ਆਲਮ ਪੁਰਸ਼ ਲਿਖਦਾ ਹੈ ਵੀ ਜਦੋਂ ਹੁਣ ਤੈਨੂੰ ਦੰਦ ਦੇ ਦਿੱਤੇ ਤੇ ਹੁਣ ਤੈਨੂੰ ਉਹ ਰੋਜੀ ਨਹੀਂ ਦੇਵੇਗਾ, ਪਰਮੇਸ਼ਰ ਜ਼ਰੂਰ ਦੇਵੇਗਾ। ਕਿਉਂਕਿ ਉਸ ਪਰਮੇਸ਼ਰ ਦੇ ਇਸ ਵਰਤਾਰੇ ਵੱਲ ਵੇਖੋ ਜੋ ਪਰਮੇਸ਼ਰ ਨੇ ਕਾਰਖਾਨਾ ਬਣਾਇਆ ਹੋਇਆ, ਜਿਹਦੇ ਵਿੱਚੋਂ ਸਭ ਨੂੰ ਰਿਜ਼ਕ ਮਿਲ ਰਿਹਾ ਹੈ। ਆਪਾਂ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦਾ ਓਟ ਆਸਰਾ ਲਈਏ। ਸਾਹਿਬ ਕਹਿੰਦੇ ਨੇ ਰਮਈਆ ਕੇ ਗੁਣ ਚੇਤ ਭਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਆਰ ਵਿਵਸਥਾ ਤੁਝੇ ਪਿਆਰੇ ਦੂਧ। ਹੁਣ ਯਾਦ ਰੱਖਿਓ,
ਜਦੋਂ ਬੱਚਾ ਮਾਂ ਦੇ ਗਰਭ ਦੇ ਵਿੱਚ ਹੁੰਦਾ, ਜੇ ਮਾਂ ਵੀ ਦੇਣਾ ਚਾਹੇ ਦੁੱਧ, ਉੱਥੇ ਕੋਈ ਖੁਰਾਕ ਦੇਣੀ ਚਾਹੇ ਤੇ ਮਾਂ ਵੀ ਨਹੀਂ ਦੇ ਸਕਦੀ। ਪਰ ਉਸ ਮਾਂ ਦੇ ਗਰਭ ਦੇ ਵਿੱਚ ਵੀ ਉਹ ਮਾਲਕ ਪ੍ਰਤਪਾਲਣਾ ਕਰਦਾ ਹੈ। ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਅਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਜੋਬਨ ਦੇ ਉੱਤੇ ਆਇਆ ਤੇ ਤੈਨੂੰ ਭੋਜਨ ਦੇ ਦਿੱਤਾ। ਬਿਰਧ ਪਿਆ ਉੱਪਰ ਸਾਖ ਸੈਨ, ਤੇ ਜਦੋਂ ਤੂੰ ਬਜ਼ੁਰਗ ਹੋ ਗਿਆ, ਤੇਰਾ ਉੱਠਣ ਫਿਰਨ ਜੋਗਾ ਤੇਰੇ ਵਿੱਚ ਬਲ ਨਹੀਂ ਰਿਹਾ, ਗੋਡੇ ਤੇਰੇ ਜਵਾਬ ਦੇ ਗਏ, ਤੇ ਫਿਰ ਕੀ ਹੋਇਆ? ਬਿਰਧ ਪਿਆ ਉੱਪਰ ਸਾਖ ਸੈਨ। ਸਾਖ ਸੈਨ ਦਾ ਮਤਲਬ ਰਿਸ਼ਤੇਦਾਰ, ਧੀਆਂ ਪੁੱਤਰ, ਉਹ ਤੈਨੂੰ ਦੇ ਦਿੱਤੇ। ਉਹ ਤੇਰੇ ਬੈਠਿਆਂ ਹੀ ਤੇਰੇ ਮੁਖ ਦੇ ਵਿੱਚ ਪ੍ਰਸ਼ਾਦਾ ਪਾ ਦਿੰਦੇ ਨੇ। ਤੈਨੂੰ ਉਦਮ ਕਰਨ ਦੀ ਲੋੜ ਨਹੀਂ ਪੈਂਦੀ, ਤੈਨੂੰ ਜਾਣ ਦੀ ਕਿਤੇ ਲੋੜ ਨਹੀਂ ਪੈਂਦੀ। ਮੁਖ ਅਪਿਆਉ ਬੈਠ ਕੋ ਦੇਨ, ਉਹ ਤੈਨੂੰ ਬੈਠਿਆਂ ਬਿਠਾਏ ਦੇ ਦਿੰਦੇ ਨੇ। ਇਹ ਨਿਰਗੁਣ, ਗੁਣ ਕਛੂ ਨਾ ਬੂਝੈ, ਬਖਸ਼ ਲਿਓ ਤੋ ਨਾਨਕ ਸੀਜੇ। ਪਰ ਜੀਵ ਇਹ ਗੁਣ ਜਿਹੜੇ ਪਰਮੇਸ਼ਰ ਦੇ ਆ, ਇਹਨਾਂ ਗੁਣਾਂ ਨੂੰ ਉਹ ਸਮਝਦਾ ਨਹੀਂ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਨਾ ਕਰ ਚਿੰਤ, ਚਿੰਤਾ ਹੈ ਕਰਤੇ, ਹਰ ਦੇਵੇ ਜਲ ਥਲ ਜਨਤਾ ਸਭ ਤੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਤੂੰ ਚਿੰਤਾ ਨਾ ਕਰ, ਚਿੰਤਾ ਤੇ ਮਾਲਕ ਨੂੰ ਹੈ। ਉਹ ਤੇ ਜਲ ਥਲ ਵਿੱਚ ਜਿਤਨੇ ਵੀ ਜੀਵ ਪਰਮੇਸ਼ਰ ਨੇ ਪੈਦਾ ਕੀਤੇ ਨੇ, ਉਹਨਾਂ ਜੀਵਾਂ ਨੂੰ ਉਹ ਮਾਲਕ ਰਿਜ਼ਕ ਪਿਆ ਦਿੰਦਾ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਵੀ ਆਖਦੇ ਨੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਲ ਮੇ ਜੰਤ ਉਪਾਇਨ, ਤਿਨਾਂ ਦੀ ਰੋਜੀ ਦੇ। ਹੁਣ ਜੀਵ ਜਿਹੜੇ ਨੇ ਪਾਣੀ ਦੇ ਵਿੱਚ ਵੀ ਪੈਦਾ ਕੀਤੇ ਨੇ। ਇਹ ਮੰਨਦੇ ਨੇ ਵੀ ਜੀਵ ਜਿਹੜੇ ਪਾਣੀ ਦੇ ਵਿੱਚ ਨੇ, ਤੇ ਉਹਨਾਂ ਦਾ ਉੱਥੇ ਖਿਆਲ ਕਰਨਾ ਕੋਈ ਹੱਟੀ ਨਹੀਂ ਹੈ। ਜਿਵੇਂ ਆਮ ਅਸੀਂ ਹੱਟੀ ਦੇ ਉੱਤੋਂ ਖਰੀਦ ਕੇ ਲੈ ਆਉਂਦੇ ਆ ਸਮਾਨ ਤੇ ਭੋਜਨ ਤਿਆਰ ਕਰ ਲੈਂਦੇ ਆ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਹੁਣ ਪਾਣੀ ਦੇ ਵਿੱਚ ਕੋਈ ਹੱਟੀ ਥੋੜੀ ਪਾਈ ਹੋਈ ਹੈ। ਉੱਥੇ ਹੱਟ ਨਾ ਚੱਲੇ, ਨਾ ਕੋ ਕਿਰਸ ਕਰੇ, ਨਾ ਹੀ ਉੱਥੇ ਕੋਈ ਖੇਤੀ ਕਰਦਾ ਹੈ, ਨਾ ਉੱਥੇ ਕੋਈ ਹੱਟੀ ਹੈ। ਸੌਦਾ ਮੂਲ ਨਾ ਹੋ ਗਈ, ਉੱਥੇ ਕੋਈ ਸੌਦਾ ਵੀ ਨਹੀਂ ਵੇਚਦਾ, ਸੌਦਾ ਮੂਲ ਨਾ ਹੋਵੇ। ਨਾ ਕੋ ਲੈ ਨਾ ਦੇ, ਨਾ ਕੋਈ ਲੈਂਦਾ ਹੈ ਨਾ ਕੋਈ ਦਿੰਦਾ ਹੈ। ਜਿਵੇਂ ਅਸੀਂ ਵਾਧੂ ਪਦਾਰਥ ਹੋਵੇ ਮੰਡੀ ਵਿੱਚ ਵੇਚ ਦਿੰਦੇ ਆ, ਜਿਹਨੂੰ ਲੋੜ ਹੁੰਦੀ ਹੈ ਉਹ ਖਰੀਦ ਲੈਂਦਾ, ਲੈਣ ਦੇਣ ਚੱਲਿਆ ਪਿਆ ਹੈ। ਪਰ ਸਾਹਿਬ ਕਹਿਣ ਲੱਗੇ, ਉੱਥੇ ਤੇ ਕੋਈ ਹੱਟੀ ਨਹੀਂ, ਨਾ ਕੋਈ ਖੇਤੀ ਕਰਦਾ, ਨਾ ਉੱਥੇ ਕੋਈ ਲੈਣ ਦੇਣ ਕਰਦਾ। ਤੇ ਫਿਰ ਉੱਥੇ ਹੁੰਦਾ ਕੀ ਆ? ਸਾਹਿਬ ਕਹਿਣ ਲੱਗੇ, ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ। ਹੁਣ ਉੱਥੇ ਕੀ ਹੈ? ਜੀਵਾਂ ਦਾ ਆਹਾਰ ਜਿਹੜਾ ਹੈ ਉਹ ਜੀਵ ਬਣ ਜਾਂਦੇ ਨੇ। ਵੱਡੀ ਮੱਛੀ ਜਿਹੜੀ ਹੈ ਉਹ ਛੋਟੀਆਂ ਛੋਟੀਆਂ ਨੂੰ ਖਾ ਜਾਂਦੀ ਹੈ। ਹੋਰ ਵੱਡੇ ਜੀਵ ਜਿਹੜੇ ਨੇ ਉਹ ਛੋਟੀਆਂ ਨੂੰ ਖਾ ਜਾਂਦੇ ਨੇ। ਛੋਟੇ ਜੀਵਾਂ ਨੂੰ ਪਰਮੇਸ਼ਰ ਪੈਦਾ ਕਰ ਰਿਹਾ ਹੈ। ਹੁਣ ਇਸ ਤਰ੍ਹਾਂ ਜੀਵ ਜਿਹੜੇ ਨੇ ਉਹ ਸਮੁੰਦਰ ਦੇ ਵਿੱਚ ਵੀ ਉਹਨਾਂ ਦਾ ਪ੍ਰਤਪਾਲਣਾ ਹੋ ਰਹੀ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਉਹ ਪਰਮੇਸ਼ਰ ਜਿਹੜਾ ਹੈ ਉਹ ਬੜਾ ਬੇਅੰਤ ਹੈ, ਉਹ ਸਾਰਿਆਂ ਨੂੰ ਰਿਜ਼ਕ ਜਿਹੜਾ ਹੈ ਉਹ ਦਿੰਦਾ ਪਿਆ ਹੈ। ਤੇ ਸਤਿਗੁਰੂ ਮਹਾਰਾਜ ਦੇ ਇਹਨਾਂ ਪਾਵਨ ਬਚਨਾਂ ਨੂੰ ਇੱਕ ਬਾਲਮ ਕਵੀ ਹੋਇਆ, ਉਹਨੇ ਆਪਣੀ ਕਵਿਤਾ ਦੇ ਵਿੱਚ ਇੱਕ ਗੱਲ ਕਹਿ ਦਿੱਤੀ। ਕਹਿਣ ਲੱਗੇ, ਜਿਸ ਰੋਜ਼ ਰਜਾ ਥੀ ਨਿਮਿਆ ਤੋਂ, ਜਦੋਂ ਤੇਰਾ ਅਜੇ ਜਨਮ ਨਹੀਂ ਸੀ ਹੋਇਆ, ਤੇਰੇ ਜਨਮ ਤੋਂ ਪਹਿਲਾਂ ਹੀ ਤੇਰੇ ਰਿਜ਼ਕ ਦਾ ਪ੍ਰਬੰਧ ਹੋ ਗਿਆ, ਰਿਜ਼ਕ ਤੇਰਾ ਪੈਦਾ ਹੋ ਗਿਆ। ਜਿਸ ਰੋਜ਼ ਰਜ਼ਾ ਥੀ ਨਿਮਿਆ ਤੋਂ, ਕੀਤੀ ਉਦੋਂ ਤੋਂ ਰਾਜਕ ਤਿਆਰ ਰੋਜੀ, ਤੇਰੀ ਰੋਜੀ ਪਹਿਲਾਂ ਹੀ ਤਿਆਰ ਕਰ ਦਿੱਤੀ। ਰੋਜੀ ਖਾਣ ਵਾਲੇ ਆਉਂਦੇ ਬਹੁਤ ਮਗਰੋਂ, ਪਹਿਲਾਂ ਕਰਦੀ ਹੈ ਇੰਤਜ਼ਾਰ ਰੋਜੀ। ਰੋਜੀ ਨੂੰ ਖਾਣ ਵਾਲੇ ਜਿਹੜੇ ਨੇ ਉਹ ਬੜੇ ਮਗਰੋਂ ਆਉਂਦੇ ਨੇ, ਪਰ ਉਹਦੀ ਰੋਜੀ ਪਹਿਲਾਂ ਹੀ ਤਿਆਰ ਹੋ ਜਾਂਦੀ ਹੈ। ਮਾਂ ਦੇ ਸੀਨੇ ਦੇ 16 ਖਜ਼ਾਨਿਆਂ ਚੋਂ ਰੋਜੀ ਜਿਹੜੀ ਆ ਉਹ ਦੇ ਰਿਹਾ ਹੈ। ਤੇ ਖਿਆਲ ਕਰਨਾ, ਸਤਿਗੁਰੂ ਅੱਜ ਦੇ ਇਸ ਪਹਿਲੇ ਪਾਵਨ ਬੰਦ ਦੇ ਅੰਦਰ ਸਾਨੂੰ ਇਹੀ ਸਮਝਾਉਣਾ ਕੀਤਾ ਵੀ ਸੱਜਣਾ, ਤੇਰੇ ਜੀਵਨ ਦੇ ਅੰਦਰ ਜਿਹੜਾ ਹੈ ਨਾ ਉਹ ਫਿਕਰ ਖਤਮ ਹੋ ਜਾਵੇ। ਕਿਉਂਕਿ ਫਿਕਰ ਉਹ ਮਾਲਕ ਆਪ ਕਰਦਾ ਹੈ, ਕਿਉਂਕਿ ਆਪ ਉਸ ਆਹਾਰ ਦੇ ਵਿੱਚ, ਉਹ ਪਰਮੇਸ਼ਰ ਦੇ ਵਿੱਚ ਉਹ ਪਰਮੇਸ਼ਰ ਲੱਗਾ ਹੋਇਆ ਹੈ।
ਇੱਕ ਗੱਲ ਹੋਰ ਨੁਕਤਾ ਧਿਆਨ ਦੇ ਵਿੱਚ ਰੱਖਿਓ, ਦੁਨੀਆ ਦੇ ਅੰਦਰ ਹੁੰਦਾ ਦੋ ਤਰ੍ਹਾਂ ਦੇ ਜੀਵ ਨੇ। ਇੱਕ ਜੀਵਾਂ ਦੇ ਕੋਲ ਜਦੋਂ ਬੱਚੇ ਪੈਦਾ ਹੁੰਦੇ ਨੇ ਤੇ ਉਹਨਾਂ ਦੀ ਮਾਂ ਦੇ ਕੋਲੋਂ ਦੁੱਧ ਜਾਣਾ ਹੁੰਦਾ ਹੈ। ਮਨੁੱਖ ਸਮੇਤ ਹੋਰ ਅਨੇਕਾਂ ਜੀਵ ਨੇ ਜਿਨ੍ਹਾਂ ਦੇ ਕੋਲੋਂ ਦੁੱਧ ਦਾ ਖਜ਼ਾਨਾ ਹੁੰਦਾ ਹੈ, ਔਰ ਜਿਹਦਾ ਖਜ਼ਾਨਾ ਨਹੀਂ ਹੁੰਦਾ ਉਹਨਾਂ ਦੇ ਖੰਭ ਹੁੰਦੇ ਨੇ, ਪਰ ਹੁੰਦੇ ਨੇ। ਉਹ ਆਪਣੇ ਬੱਚਿਆਂ ਨੂੰ ਉੱਡ ਕੇ ਦੂਰੋਂ ਦਰਾਡਿਓਂ ਚੋਗਾ ਤੇ ਉਹਨਾਂ ਦੇ ਮੁੱਖ ਦੇ ਵਿੱਚ ਆਖੀ ਪਾ ਦਿੰਦੇ ਨੇ। ਚਿੜੀਆਂ ਕਾਂ ਤੇ ਉਹਨਾਂ ਦੇ ਮੁੱਖ ਦੇ ਵਿੱਚ ਆਖੀ ਪਾ ਦਿੰਦੇ ਨੇ। ਚਿੜੀਆਂ ਕਾਂ ਆਮ ਦੇਖੇ ਹੋਵੇਗੇ, ਨਿੱਕੇ ਨਿੱਕੇ ਆਪਣੇ ਬੱਚਿਆਂ ਦੇ ਮੁੱਖ ਦੇ ਵਿੱਚ ਚਿੱਥ ਕੇ ਉਹ ਦਾਣੇ ਪਾਉਂਦੇ ਨੇ। ਇਵੇਂ ਉਹਨਾਂ ਦੀ ਰੋਜੀ ਦਾ ਪ੍ਰਬੰਧ ਹੁੰਦਾ। ਖਿਆਲ ਕਰਨਾ, ਭਗਤ ਧੰਨਾ ਜੀ ਇੱਕ ਬੜੀ ਪਿਆਰੀ ਉਦਾਹਰਨ ਦਿੰਦੇ ਨੇ। ਕਹਿੰਦੇ ਨੇ, ਸੱਜਣਾ, ਕਿਸੇ ਦੇ ਕੋਲ ਦੁੱਧ ਦਾ ਖਜ਼ਾਨਾ, ਕਿਸੇ ਦੇ ਕੋਲ ਉਹ ਚੋਗਾ ਇਕੱਠਾ ਕਰ ਲੈਂਦਾ। ਮੈਂ ਤੈਨੂੰ ਇੱਕ ਹੋਰ ਉਦਾਹਰਨ ਦਿੰਦਾ, ਜਿਹਦੇ ਕੋਲੋਂ ਨਾ ਤੇ ਪਰ ਹੈ ਤੇ ਨਾ ਹੀ ਦੁੱਧ ਦਾ ਖਜ਼ਾਨਾ ਹੈ। ਦੁੱਧ ਦਾ ਖਜ਼ਾਨਾ ਵੀ ਨਹੀਂ ਹੈ। ਤੇ ਭਗਤ ਧੰਨਾ ਜੀ ਕਹਿੰਦੇ, ਉਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਿਸ ਨਾਹੀ। ਹੁਣ ਕੱਛੂ ਕੰਮੀ ਜਿਹੜੀ ਹੈ ਪਾਣੀ ਦੇ ਵਿੱਚ ਰਹਿੰਦੀ ਹੈ। ਜਦੋਂ ਉਹਨੇ ਆਂਡੇ ਦੇਣੇ ਹੁੰਦੇ ਆ, ਉਹ ਬਾਹਰ ਆ ਕੇ ਬਰੇਤੇ ਦੇ ਵਿੱਚ ਆਂਡੇ ਦੇ। ਹੁਣ ਉਸ ਕੱਛੂ ਕੰਮੀ ਦੇ ਕੋਲ ਨਾ ਤੇ ਪਰ ਨੇ ਤੇ ਨਾ ਉਹਨਾਂ ਦੇ ਕੋਲੋਂ ਦੁੱਧ ਦਾ ਖਜ਼ਾਨਾ ਹੈ। ਕੁੰਮੀ ਜਲ ਮੈਂ ਬਾਹਰ, ਤਨ ਦਾ ਮਤਲਬ ਉਹਦੇ ਬੱਚੇ ਬਾਹਰ। ਪੰਖ ਖੀਰ ਤਿਸ ਨਾਹੀ, ਖੰਭ ਨੇ ਨਾ ਉਹਦੇ ਕੋਲੋਂ ਦੁੱਧ ਹੈ। ਖੀਰ ਦਾ ਮਤਲਬ ਦੁੱਧ, ਦੋਨੇ ਚੀਜ਼ਾਂ ਨਹੀਂ ਹੈ। ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ। ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ। ਕਹਿ ਧੰਨਾ ਪੂਰਨ ਤਾਹੂ ਕੋ, ਮਤ ਰੇ ਜੀ ਡਰਾਈ। ਕਹਿਣ ਲੱਗੇ, ਐ ਮੇਰੀ ਮਤ, ਐ ਮੇਰੇ ਮਨ, ਤੂੰ ਕਿਉਂ ਜੀ ਡਰਾ ਰਿਹਾ ਹੈ ਆਪਣੀ ਜਿੰਦ ਨੂੰ। ਹਾਲਾਂਕਿ ਉਹ ਜੀਵ ਜਿਹੜੇ ਪਖਾਨ ਭਾਵ ਪੱਥਰਾਂ ਦੇ ਵਿੱਚ ਵੀ ਰਹਿੰਦੇ ਨੇ, ਗੁਪਤ ਰੂਪ ਦੇ ਵਿੱਚ ਰਹਿੰਦੇ ਨੇ ਜੀਵ ਜੰਤੂ, ਉੱਥੇ ਆਉਣ ਨੂੰ ਕੋਈ ਰਸਤਾ ਵੀ ਨਹੀਂ ਹੈ। ਸਾਹਿਬ ਕਹਿੰਦੇ ਨੇ, ਸੈਲ ਪੱਥਰ ਮੈਂ ਜੰਤ ਉਪਾਏ। ਹੁਣ ਚਟਾਨਾਂ ਦੇ ਵਿੱਚ ਆਉਣ ਜਾਣ ਦਾ ਤੇ ਕੋਈ ਰਸਤਾ ਨਹੀਂ ਹੈ, ਨਾ ਪੱਥਰ ਦੇ ਵਿੱਚ ਕੋਈ ਰਸਤਾ ਹੁੰਦਾ ਹੈ। ਪਰ ਫਿਰ ਵੀ ਉਹਨਾਂ ਨੂੰ ਰੁਜ਼ਕ ਮਾਲਕ ਦੇ ਰਿਹਾ ਹੈ, ਪਰਮੇਸ਼ਰ ਦੇ ਰਿਹਾ ਹੈ। ਇਹਦਾ ਮਤਲਬ ਸਪਸ਼ਟ ਹੋ ਗਿਆ ਵੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਇਹ ਰਿਜ਼ਕ ਜਿਹੜਾ ਹੈ ਨਾ, ਉਹ ਮਾਲਕ ਨੇ ਸਾਰਿਆਂ ਦੇ ਸਿਰ ਦੇ ਉੱਤੇ ਲਿਖਿਆ ਹੋਇਆ ਹੈ, ਸਾਰਿਆਂ ਨੂੰ ਮਿਲਣਾ ਹੈ। ਉਹਦੇ ਵਾਸਤੇ ਜੀਵ ਨੇ ਉਦਮ ਕਰਨਾ ਹੈ, ਉਦਮ ਤੋਂ ਬਗੈਰ ਨਹੀਂ ਹੈ। ਇਹ ਜੀ ਆਹਾਰ ਕਰਨ ਵਾਸਤੇ ਉਹ ਆਪ ਪਰਮੇਸ਼ਰ ਲੱਗਾ ਹੋਇਆ ਹੈ। ਕਿ ਸਤਿਗੁਰੂ ਪਹਿਲੇ ਬੰਦ ਦੇ ਅੰਦਰ ਸਾਨੂੰ ਇਹੀ ਸਮਝਾਉਣਾ ਕਰਦੇ ਨੇ ਵੀ ਐ ਜੀਵ ਤੂੰ ਚਿੰਤਾ ਛੱਡ ਦੇ ਤੇ ਚਿੰਤਾ ਦੇ ਵਿੱਚੋਂ ਨਿਕਲ ਕੇ ਪਰਮੇਸ਼ਰ ਦੀ ਆਰਾਧਨਾ ਕਰ, ਉਹਦਾ ਚਿੰਤਨ ਕਰ। ਜਦੋਂ ਉਹਦਾ ਚਿੰਤਨ ਕਰ ਲਾਂਗੇ ਤੇ ਫਿਰ ਖਿਆਲ ਕਰਨਾ ਅਸੀਂ ਫਿਕਰਾਂ ਦੇ ਵਿੱਚੋਂ ਨਿਕਲ ਜਾਵਾਂਗੇ, ਤੋਖਲਾਂ ਦੇ ਵਿੱਚੋਂ ਨਿਕਲ ਜਾਵਾਂਗੇ। ਬਾਕੀ ਸ਼ਬਦ ਦੇ ਬੰਦ ਜਿਹੜੇ ਨੇ ਆਪਾਂ ਕੱਲ ਵਿਚਾਰਾਂਗੇ। ਸਤਿਗੁਰ ਕਿਰਪਾ ਕਰਨ, ਸਾਡੇ ਤੋਖਲੇ, ਸਾਡੇ ਫਿਕਰ ਖਤਮ ਹੋ ਜਾਵਣ, ਅਸੀਂ ਪਰਮੇਸ਼ਰ ਦੀ ਇਬਾਦਤ ਦੇ ਵਿੱਚ ਜੁੜ ਜਾਈਏ, ਫਿਰ ਜੀਵਨ ਸੁਹੇਲਾ ਹੋ ਜਾਏਗਾ। ਵਿਚਾਰਾਂ ਦੀ ਸਾਂਝ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੇ ਅਰਦਾਸ ਹਮਾਰੀ, ਜਿਉ